ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਿਜ਼ਰਵ ਰੱਖ ਲਿਆ ਸੀ ਤੇ ਅੱਜ ਪ੍ਰਨਾਉਂਸਮੈਂਟ ਜਿਹੜੀ ਆ ਉਹ ਜ਼ਰੂਰ ਕਰ ਦਿੱਤੀ ਗਈ ਹੈ, ਪਰ ਹਾਲੇ ਆਰਡਰਸ ਦੀ ਕਾਪੀ ਆਣੀ ਬਾਕੀ ਹੈ। ਪਰ ਸਾਡੇ ਨਾਲ ਸੀਨੀਅਰ ਐਡਵੋਕੇਟ ਏਪੀਐਸ ਦਿਓਲ ਨੇ, ਸੁਮੇਧ ਸਿੰਘ ਸੈਣੀ ਦੇ ਵਕੀਲ। ਬਹੁਤ ਵੱਡਾ ਰਿਲੀਫ ਜਿਹੜਾ ਉਹ ਸੈਣੀ ਸਾਹਿਬ ਨੂੰ ਮਿਲਿਆ ਹੈ ਕਿ ਕੁਝ ਆਰਡਰਸ ਦੇ ਵਿੱਚ ਆਇਆ, ਯਾਨੀ ਕਿ ਹਾਲੇ ਪ੍ਰਨਾਉਂਸਮੈਂਟ ਹੋ ਗਈ, ਆਰਡਰਸ ਆਣੇ ਬਾਕੀ ਨੇ, ਪਰ ਕੀ ਕੁਝ ਕੋਰਟ ਵੱਲੋਂ ਕਿਹਾ ਗਿਆ, ਪ੍ਰਨਾਉਂਸ ਕੀਤਾ ਗਿਆ। ਇਸ ਤਰ੍ਹਾਂ ਜੀ ਕਿ ਜਿਹੜਾ ਕਿ ਸੁਮੇਧ ਸਿੰਘ ਸੈਣੀ ਦੇ ਰਿਲੀਫ ਦੀ ਜਿਹੜੀ ਇਸ਼ੂ ਆ ਉਹ ਤਾਂ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਕਿ ਉਹਨਾਂ ਨੂੰ ਸਾਰੀਆਂ ਜਿੰਨੇ FIRਾਂ 'ਚ ਆਫਟਰ ਹਿਜ਼ ਰਿਟਾਇਰਮੈਂਟ ਅਕਿਊਜ਼ਡ ਬਣਾਇਆ ਗਿਆ ਸੀ। ਇਹ 5 ਕੇਸਿਸ ਆ, ਉਹਦੇ 'ਚ ਐਂਟੀਸਪੇਟਰੀ ਬੇਲਾਂ ਸਾਰਿਆਂ 'ਚ ਤਾਂ ਸੀਗੀਆਂ ਹੀ, ਪ੍ਰੋਟੈਕਸ਼ਨ ਤਾਂ ਸੀਗੀ ਹੀ, ਔਰ 7 ਡੇਜ਼ ਦਾ ਪ੍ਰੋਟੈਕਸ਼ਨ ਦਾ ਵੀ ਆਰਡਰ ਸੀਗਾ। ਇਨ ਸਪਾਈਟ ਆਫ ਦੈਟ ਉਹਨਾਂ ਨੂੰ ਅਰੈਸਟ ਕੀਤਾ ਕਰ ਲਿਆ ਗਿਆ ਸੀ ਇੱਕ ਬੜੇ ਹੀ ਸੰਗੀਨ ਤਰੀਕੇ ਨਾਲ। ਜਦੋਂ ਉਹ ਵਿਜੀਲੈਂਸ ਆਫਿਸ ਇਨਵੈਸਟੀਗੇਸ਼ਨ ਜੁਆਇਨ ਕਰਨ ਗਏ ਸੀ FIR ਨੰਬਰ 13 'ਚ, ਉਹਨਾਂ ਨੂੰ ਇੱਕ ਝੂਠਾ ਇੱਕ ਅਰੈਸਟ ਵਾਰੰਟ ਬਣਾ ਕੇ ਉਹਨਾਂ ਨੂੰ ਤੇ FIR ਨੰਬਰ 11 'ਚ ਨਾਮਜ਼ਦ ਕਰ ਲਿਆ ਗਿਆ, ਜਿਹੜਾ ਕਿ ਤੱਥਾਂ ਦੇ ਬਿਲਕੁਲ ਹੀ ਇੱਕ ਪੁਰਾਣੀ FIR 'ਚ ਇਸ ਤਰ੍ਹਾਂ ਅਕਿਊਜ਼ਡ ਬਣਾ ਕੇ ਉਹਨੂੰ ਡਿਟੇਨ ਕਰ ਲੈਣਾ। ਉਸ ਤੇ ਹਾਈ ਕੋਰਟ ਨੇ ਬਹੁਤ ਜ਼ਿਆਦਾ ਸਟ੍ਰਿਕਟ ਵਿਊ ਇਸ ਇਸ਼ੂ ਦਾ ਲਿਆ ਕਿ ਜੇ ਇਸ ਤਰ੍ਹਾਂ ਹਾਈ ਕੋਰਟ ਦੇ ਆਰਡਰ ਇਸ ਤਰ੍ਹਾਂ ਫਲਾਊਟ ਕਰਨ ਲੱਗ ਜੇ ਵਿਜੀਲੈਂਸ ਜਾਂ ਪੰਜਾਬ ਪੁਲਿਸ ਜਾਂ ਕੋਈ ਵੀ ਏਜੰਸੀ, ਫਿਰ ਰੂਲ ਆਫ ਲਾ ਜਿਹੜਾ ਉਹ ਵਾਇਲੇਟ ਹੁੰਦਾ। ਸੋ ਬੇਸਿਕਲੀ ਇਸ ਇਸ਼ੂ ਤੇ ਚੱਕ ਕੇ ਜਿਹੜੀ ਇਹ ਪਟੀਸ਼ਨ ਦੀ ਸੁਣਵਾਈ ਹੋਈ ਸੀ ਕਿ ਬਲੈਂਕਟ ਬੇਲ ਵਾਲੀ ਪ੍ਰੋਟੈਕਸ਼ਨ ਐਕਸਟੈਂਡ ਕਰਨ ਵਾਸਤੇ ਕਿ ਫਾਇਦਾ ਕੀ ਫਿਰ ਉਹਨਾਂ ਪ੍ਰੋਟੈਕਸ਼ਨਾਂ ਦਾ, ਜੇ ਫਿਰ ਵੀ ਇਹ ਵਿਜੀਲੈਂਸ ਕੋਈ ਨਾ ਕੋਈ ਤਰੀਕਾ ਲੱਭ ਲੈਂਦੀ ਆ ਉਹਨਾਂ ਨੂੰ ਅਰੈਸਟ ਕਰਨ ਦਾ, ਡਿਟੇਨ ਕਰਨ ਦਾ। ਇਹ ਉਸ ਇਸ਼ੂ ਤੇ ਐਕਸਟੈਂਸ਼ਨ ਮੰਗੀ ਗਈ ਸੀ ਕਿ ਇਹ ਜਿਹੜੀ ਐਕਸਟੈਂਸ਼ਨ ਆ ਫॉर ਐਨੀ ਇਨਸੀਡੈਂਟ ਡਿਊਰਿੰਗ ਹਿਸ ਸਰਵਿਸ ਕੈਰੀਅਰ ਨੂੰ ਵਧਾਈ ਜਾਵੇ, ਕਿਉਂਕਿ ਇਹ ਸਰਕਮਵੈਂਟ ਕਰਦੇ ਆ ਉਸ ਆਰਡਰ ਨੂੰ, ਔਰ ਸਰਕਮਵੈਂਟ ਕਰਕੇ ਉਹਨਾਂ ਨੂੰ ਇੱਕ ਆਫਟਰ ਹਿਸ ਰਿਟਾਇਰਮੈਂਟ ਨਵਾਂ ਇਸ਼ੂ, ਕੋਈ ਇਹਦੇ ਘਰ ਦੀ ਪਰਚੇਜ਼ ਦਾ ਇਸ਼ੂ, ਕੋਈ ਹੋਰ ਇਸ ਤਰ੍ਹਾਂ ਦੇ ਬੇਬੁਨਿਆਦ ਗਰਾਊਂਡ ਬਣਾ ਕੇ ਇਹਨਾਂ ਨੂੰ ਮੁਲਜ਼ਮ ਬਣਾ ਰਹੇ ਆ। ਉਸ ਇਸ਼ੂ ਤੇ ਹਾਈ ਕੋਰਟ ਨੇ ਅੱਜ ਜਿਹੜੀ ਐਕਸਟੈਂਸ਼ਨ ਉਹਦੀ ਪ੍ਰੋਟੈਕਸ਼ਨ ਨੂੰ ਵਧਾਉਂਦੇ ਹੋਏ ਇਹਨਾਂ ਨੂੰ ਪ੍ਰੋਟੈਕਸ਼ਨ ਇਨ ਆਲ ਕੇਸਿਸ ਫਰਦਰ ਆਲਸੋ ਬਲੈਂਕਟ ਪ੍ਰੋਟੈਕਸ਼ਨ ਦੇਤੀ ਕਿ ਕਿਸੇ ਵੀ ਕੇਸ 'ਚ ਇਹਨਾਂ ਨੂੰ ਅਰੈਸਟ ਕਰਕੇ ਨਹੀਂ ਕੀਤਾ ਜਾਊਗਾ 7 ਡੇਜ਼ ਨੋਟਿਸ ਤੋਂ ਬਿਨਾਂ, ਕਿਸੇ ਵੀ ਕਿਸਮ ਦੇ ਕੇਸ 'ਚ, ਚਾਹੇ ਉਹ ਕਨਸਪੀਰੇਟਰ ਬਣਾਉਂਦੇ ਆ, ਬੈਟਰ ਬਣਾਉਂਦੇ ਆ। ਔਰ ਜਿਹੜੀ 5 ਕੇਸ ਆਲਰੇਡੀ ਚੱਲ ਰਹੇ ਆ ਇਹਨਾਂ ਦੇ ਖਿਲਾਫ ਕੋਰਟ 'ਚ ਜਾਂ ਇਨਵੈਸਟੀਗੇਸ਼ਨ ਸਟੇਜ ਤੇ, ਉਹਨਾਂ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਆ 30 ਮਾਰਚ 2022 ਤੱਕ, ਜਦੋਂ ਤੱਕ ਕਿ ਗਵਰਨਮੈਂਟ ਦੀ ਟਰਮ ਐਕਸਪਾਇਰ ਨਹੀਂ ਹੁੰਦੀ। ਸੋ ਇਟ ਇਜ਼ ਐਕਸੈਪਸ਼ਨਲੀ a very landmark order which will go down in the history as a very, very, very effective and a order for protection of human right and protection of rule of law. ਏਪੀਐਸ ਦਿਓਲ ਜੀ, ਮੈਂ ਇੱਕ ਵਾਰ ਫਿਰ ਤੋਂ ਇੱਕ ਚੀਜ਼ ਸਮਝਣਾ ਚਾਹੂੰਗੀ। ਤੁਸੀਂ ਕਹਿ ਰਹੇ ਹੋ ਕਿ ਜਿਹੜੇ ਮਾਮਲੇ ਉਹਨਾਂ ਤੇ ਚੱਲ ਰਹੇ ਸੀਗੇ ਉਹਨਾਂ ਦੀ ਜਾਂਚ ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਜਿੰਨੇ ਵੀ ਮਾਮਲੇ ਚੱਲ ਰਹੇ ਸੀ, ਚਾਹੇ ਉਹ ਕੋਟਕਪੂਰਾ ਫਾਇਰਿੰਗ ਕੇਸ ਦਾ ਕੇਸ ਹੋਵੇ ਜਾਂ ਫਿਰ ਵਿਜੀਲੈਂਸ ਨੇ ਜਿਹੜੇ ਕੇਸਿਸ ਉਹਨਾਂ ਦੇ ਖਿਲਾਫ ਦਰਜ ਕੀਤੇ ਨੇ। ਹਾਂਜੀ, ਓਰਲੀ ਜੋ ਕੋਰਟ ਨੇ ਪ੍ਰਨਾਉਂਸ ਕੀਤਾ ਉਹ ਇਹੀ ਸਮਝਿਆ ਕਿ ਇਨਵੈਸਟੀਗੇਸ਼ਨ ਇਨ ਪੈਂਡਿੰਗ ਕੇਸਿਸ ਸ਼ੈਲ ਰਿਮੇਨ ਸਟੇਟ। ਬਾਕੀ ਮੈਂ ਅਥੈਂਟਿਸਿਟੀ ਆਫਟਰ ਕੋਰਟ ਆਰਡਰ ਆਊਗਾ, ਐਗਜ਼ੈਕਟ ਉਹਦਾ ਕੀ ਇਫੈਕਟ ਆ ਫਿਰ ਪੜ੍ਹ ਕੇ ਦੱਸ ਸਕਦਾ। ਮੈਂ ਮਿਸਕੋਟ ਨਹੀਂ ਹੋ ਜਾਵਾਂ, ਇਸ ਕਰਕੇ ਮੈਂ ਬਿਲਕੁਲ ਅਸੀਂ ਜ਼ਰੂਰ ਆਰਡਰਸ ਦੀ ਕਾਪੀ ਦਾ ਵੇਟ ਕਰਾਂਗੇ। ਪਰ ਇਸ ਦੇ ਨਾਲ ਹੀ ਜਿਹੜੇ ਕੋਰਟ ਨੇ ਪ੍ਰਨਾਉਂਸ ਕੀਤੇ ਨੇ ਆਰਡਰਸ, ਉਸਦੇ ਹਿਸਾਬ ਨਾਲ ਇਹ ਵੀ ਕਿਹਾ ਗਿਆ ਹੈ ਕਿ ਅਰੈਸਟ ਜਿਹੜੀ ਹੈ ਉਸ ਤੇ ਸਟੇ ਲਗਾ ਦਿੱਤਾ ਗਿਆ ਹੈ, ਸਿਰਫ ਉਹ 5 ਕੇਸਿਸ ਦੇ ਵਿੱਚ, ਜਾਂ ਫਿਰ ਜੇ ਕੋਈ ਹੋਰ ਕੇਸ ਵੀ blanket stay if he is to be arraigned as accused in any case whatsoever. ਇਹ ਪ੍ਰੋਟੈਕਸ਼ਨ ਦਿੱਤੀ ਗਈ ਹੈ, ਯਾਨੀ ਕਿ 7 ਦਿਨ ਪਹਿਲਾਂ ਨੋਟਿਸ ਜਿਹੜਾ ਹੈ ਦੇਣਾ ਪਏਗਾ ਕਿਸੇ ਵੀ ਕੇਸ ਦੇ ਵਿੱਚ। ਹਾਂਜੀ, ਬਲੈਂਕਟ ਪ੍ਰੋਟੈਕਸ਼ਨ ਆ। ਤੁਹਾਨੂੰ ਲੱਗਦਾ ਹੈ ਕਿ ਇਹ ਇਸ ਲਈ ਹੋ ਪਾਇਆ ਹੈ ਕਿਉਂਕਿ ਬਾਰ-ਬਾਰ ਸੁਮੇਧ ਸਿੰਘ ਸੈਣੀ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਪੋਲੀਟੀਕਲ ਵੈਂਡੇਟਾ ਹੈ, ਹਰ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਸੀ ਉਹਨਾਂ ਵੱਲੋਂ। ਹਾਂਜੀ, ਐਬਸੋਲੂਟਲੀ ਸ਼ੁਰੂ ਹੀ ਇਹ 2018 ਤੋਂ ਹੋਇਆ ਇਹਨਾਂ ਦੀਆਂ ਪਟੀਸ਼ਨਸ ਪੋਲੀਟੀਕਲ ਵੈਂਡੇਟਾ ਦੇ ਬੇਸ ਤੇ, ਔਰ ਇਹ ਲੜੀ ਵਿੱਚ 5ਵਾਂ ਕੇਸ ਆ ਜਿਹਦੇ 'ਚ ਇਸ ਤਰ੍ਹਾਂ ਕੇਸ ਆਫਟਰ ਕੇਸ ਬਣ ਰਹੇ ਸੀ। ਔਰ ਕੋਰਟ ਉਹਨੂੰ, ਇਹ ਇੱਕ ਕੋਰਟ ਦਾ ਨਹੀਂ ਡਿਸੀਜਨ, ਇਹ ਹੁਣ 3 times different coordinate benches have unanimously held that this is victimization and abuse of the process of arrest and investigation by the police. ਪਿਛਲੀ ਹੀਅਰਿੰਗ ਦੇ ਦੌਰਾਨ ਵੀ ਜਦੋਂ ਵਿਜੀਲੈਂਸ ਨੇ ਇਹਨਾਂ ਨੂੰ ਡਿਟੇਨ ਕੀਤਾ ਤੇ ਉਸ ਤੋਂ ਬਾਅਦ ਅਰੈਸਟ ਪਾਤੀ ਸੀਗੀ, ਉਦੋਂ ਵੀ ਕੋਰਟ ਨੇ ਇਲੀਗਲ ਕਿਹਾ ਸੀਗਾ। ਹਾਂਜੀ, ਉਹਨਾਂ ਦੀ ਅਰੈਸਟ ਇਲੀਗਲ ਮੰਨੀ ਗਈ, ਤਾਂ ਹੀ ਤਾਂ ਉਹਨਾਂ ਨੂੰ ਕਸਟਡੀ ਚੋਂ ਰਿਲੀਜ਼ ਕੀਤਾ ਸੀ। ਉਹ ਹੇਬੀਅਸ ਕਾਰਪਸ ਦੀ ਰਿਟ ਸੀ ਕਿ ਇਹਨਾਂ ਦੀ ਕਸਟਡੀ ਇਲੀਗਲ ਆ, ਜਦੋਂ ਕਿ ਪ੍ਰੋਟੈਕਸ਼ਨ ਇਹ ਕੋਰਟ ਦੀ ਆਰਡਰ ਦੇ ਕੰਪਲਾਇੰਸ ਵਿਜੀਲੈਂਸ ਜੁਆਇਨ ਗਏ ਆ
ਤਾਂ ਫਿਰ ਉਹ ਆਰਡਰ ਨੂੰ ਵਾਇਲੇਟ ਕਰਕੇ ਇਹਨਾਂ ਨੂੰ ਹੋਰ ਕੇਸ ਪਾ ਲਓ ਤਾਂ ਫਿਰ ਤਾਂ ਕੋਈ ਅਰੈਸਟ ਦਾ ਬੇਮਾਨਾ ਹੋ ਜਾਂਦੀ ਹੈ ਜਿਹੜੀ ਹਾਈ ਕੋਰਟ ਦੇ ਆਰਡਰ ਆ ਉਹਨਾਂ ਨੇ ਕਿਹਾ ਸੀ ਜੱਜ ਸਾਹਿਬ ਨੇ ਕਿ ਦਿਸ ਇਜ਼ ਏ ਇਨਫ੍ਰਿੰਜਮੈਂਟ ਵਾਇਲੇਸ਼ਨ ਐਂਡ ਸਰਕਮਵੈਂਸ਼ਨ ਆਫ ਦਾ ਅਰਲੀਅਰ ਆਰਡਰਸ ਸੋ देयरफॉर ਅੱਛਾ ਦਿਓਲ ਸਰ ਪਰ ਚਲੋ ਜਿਹੜੇ ਪਹਿਲਾ ਮਾਮਲੇ ਚੱਲ ਰਹੇ ਸੀ ਉਹਨਾਂ ਦੀ ਜਾਂਚ ਤੇ ਤਾਂ ਕੋਰਟ ਨੇ ਕਿਤੇ ਨਾ ਕਿਤੇ ਸਟੇ ਲਗਾ ਦਿੱਤਾ ਪਰ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਵਿਜੀਲੈਂਸ ਦੇ ਨਾਲ ਹੀ ਪੰਜਾਬ ਪੁਲਿਸ ਟਰਾਈ ਕਰ ਰਹੀ ਹੈ ਇੱਕ ਤੋਂ ਬਾਅਦ ਇੱਕ ਨਵਾਂ ਮਾਮਲਾ ਜਿਹੜਾ ਹੈ ਸੁਮੇਧ ਸਿੰਘ ਸੈਣੀ ਤੇ ਦਰਜ ਕੀਤਾ ਜਾ ਰਿਹਾ ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਹੋ 2018 ਤੋਂ ਇਹ ਸਿਲਸਿਲਾ ਜਿਹੜਾ ਚੱਲਿਆ ਆ ਰਿਹਾ ਤੇ ਉਹਦੇ ਲਈ ਕੋਈ ਨਾ ਕੋਈ ਰਿਲੀਫ ਜਿਹੜਾ ਹੈ ਮਿਲਿਆ ਹੈ ਹਾਂਜੀ ਉਹ ਕੰਪਲੀਟ ਰਿਲੀਫ ਹੀ ਮਿਲ ਗਿਆ ਹੁਣ ਆ ਜਿਹੜੇ ਕੇਸ ਸੀਗੇ ਇਹਨਾਂ ਨੇ ਘਰ ਦੀ ਇੱਕ ਆਪਣੀ ਐਗਰੀਮੈਂਟ ਟੂ ਸੈਲ ਪਰਚੇਜ਼ ਕੀਤਾ ਸੀ ਇੱਕ ਹਾਊਸ ਜਿਹਦੇ ਚ ਰਹਿੰਦੇ ਆ 20 ਸੈਕਟਰ ਉਸ ਦਾ ਵੀ ਕਿਹਨਾਂ ਨੇ ਇਸ਼ੂ ਬਣਾ ਕੇ ਉਹਦੇ ਤੇ 2 ਕੇਸ ਪਰਚੇ ਉਸ ਗੱਲ ਦੇ ਕਰਤੇ ਕਿ ਤੁਸੀਂ ਇਹ ਜਿਹੜਾ ਐਗਰੀਮੈਂਟ ਟੂ ਸੈਲ ਇਹ ਠੀਕ ਨਹੀਂ ਹੈ ਇਹ ਇਟ ਇਜ਼ ਨਾਟ ਰਿਡਿਊਸਡ ਇਨਟੂ ਪ੍ਰੋਪਰ ਰਾਈਟਿੰਗ ਇਹ ਵਿਟਨੈਸ ਨਹੀਂ ਹੈ ਇਹਦੇ ਤੇ ਇਦਾਂ ਦੇ ਮੁੱਦੇ ਬਣਾ ਕੇ ਕੇਸ ਰਜਿਸਟਰ ਕਰ ਰਹੇ ਸੀ ਤੇ ਇਹਦਾ ਕੋਈ ਉਹਦੇ ਨਾਲ ਤਲਕ ਨਹੀਂ ਸੀ ਜਿਹੜਾ ਉਹ ਮੇਨ ਬੰਦਾ ਸੀ ਜਿਹੜਾ ਵਿਜੀਲੈਂਸ ਇਨਕੁਆਇਰੀ ਜਿਹਦੇ ਖਿਲਾਫ ਸੀ ਇਹਨਾਂ ਨੂੰ ਐਜ਼ ਅ ਬੈਟਰ ਉਹਦੇ ਚ ਐਡ ਕਰਤਾ ਕਿਤੇ ਕਨਸਪੀਰੇਟਰ ਐਡ ਕਰਤਾ ਮਤਲਬ ਆਈ ਥਿੰਕ they have not been advised properly. Maybe this is a flaw at the level of Advocate General Office and also at the level of highest level of DGP and these people who are governing the state police. They have utterly failed. And also, I would not have commented, and this is not my job to say anything. Even the lawyers they engaged from outside, they could also not give proper guidance and assistance to the people who were doing all this. If they had advised them not to indulge in this, it should not have brought a bad name to the state police and the government. ਪਰ ਵਿਜੀਲੈਂਸ ਨੇ ਵੀ ਹਾਈ ਕੋਰਟ ਦਾ ਰੁਖ ਕੀਤਾ ਹੋਇਆ ਹੈ ਕਿ ਜਿਹੜੇ ਆਰਡਰਸ ਦੇ ਰਾਹੀਂ ਸੁਮੇਧ ਸਿੰਘ ਸੈਣੀ ਨੂੰ ਰਿਲੀਫ ਮਿਲਿਆ ਸੀ ਉਸ ਨੂੰ ਰਿਕਾਲ ਕਰਨ ਦੀ ਜਿਹੜੀ ਪਟੀਸ਼ਨ ਉਹਨਾਂ ਨੇ ਲਗਾਈ ਹੋਈ ਹੈ ਇਹੀ ਤਾਂ ਅੱਜ ਜੱਜ ਸਾਹਿਬ ਨੇ ਕੱਲ ਟਿੱਪਣੀ ਕੀਤੀ ਹੈ ਕਿ ਆਰਡਰ ਦੀ ਤਾਂ ਵਾਇਲੇਸ਼ਨ ਹੋ ਰਹੀ ਆ ਤੇ ਤੁਸੀਂ ਉਸ ਆਰਡਰ ਨੂੰ ਰੀਕਾਲ ਕਰ ਰਹੇ ਹੋ this is what I said that now they have going to this extent ਕਿ ਜਿਹੜੇ ਆਰਡਰ ਦੀ ਵਾਇਲੇਸ਼ਨ ਤੇ ਇਹਨਾਂ ਨੂੰ ਆਰਡਰ ਦੀ ਕੰਪਲਾਈਂਸ ਨਾ ਕਰਨ ਦੇ ਮਾਮਲੇ 'ਚ ਤਾਂ ਉਹ ਕੋਰਟ ਨੇ ਇਹਨੂੰ ਰਿਲੀਜ਼ ਕੀਤਾ ਇਹ ਉਸ ਆਰਡਰ ਨੂੰ ਰੀਕਾਲ ਕਰਨ ਦੀ ਕਹਿ ਰਹੇ ਆ ਕਿ ਜੀ ਇਹ ਸਨਸੈਟ ਤੋਂ ਬਾਅਦ ਗਿਆ ਸੀ ਟਾਈਮ ਤੇ ਨਹੀਂ ਗਿਆ ਤੇ ਟਾਈਮ ਤੇ ਨਹੀਂ ਗਿਆ ਤਾਂ ਉਹਨੂੰ ਫੜ ਕੇ ਉੱਥੇ ਮੁਲਜ਼ਮ ਬਣਾ ਕੇ ਬਿਠਾ ਲੈਣਾ ਉਹਨੂੰ ਫਿਰ ਉਹਦੀਆਂ ਵੀਡੀਓ ਵਾਇਰਲ ਕੀਤੀਆਂ ਗਈਆਂ ਉਹਨੂੰ ਡਿਗਰੇਡ ਕੀਤਾ ਗਿਆ ਹੋਰ what else could the government do? ਅੱਛਾ ਤੁਸੀਂ ਇਹ ਕੋਰਟ ਦੇ ਵਿੱਚ ਦੱਸਿਆ ਕਿ ਵੀਡੀਓਜ਼ ਵਾਇਰਲ ਕੀਤੀਆਂ ਗਿਆ ਕਿਉਂਕਿ ਹਰ ਕੋਈ ਇਹ ਪੁੱਛ ਰਿਹਾ ਸੀਗਾ ਕਿ ਆਖਿਰ ਵਿਜੀਲੈਂਸ ਆਫਿਸ ਦੇ ਅੰਦਰ ਦੀਆਂ ਵੀਡੀਓਜ਼ ਕਿਹਨੇ ਲੀਕ ਕੀਤੀਆਂ FIR ਹੋਈ ਹੈ ਜੀ ਇਹਨਾਂ ਨੇ ਆਪਣੇ ਹੈੱਡ ਕਨਸਟੇਬਲ ਤੇ ਉਹਨੂੰ ਕਵਰ ਅਪ ਕਰਨ ਵਾਸਤੇ ਹੁਣ ਇੱਕ ਬਲੌਂਗੀ FIR ਕਰਤੀ ਜਿਹੜਾ ਕਿ ਟੈਕਨੀਕਲ ਟੀਮ ਦਾ ਹੈੱਡ ਕਨਸਟੇਬਲ ਵਰੁਣ ਕਪੂਰ ਸੀ ਕਿ ਜੀ ਮੈਂ ਮੈਨੂੰ ਆ ਕੇ ਕਿਸੇ ਨੇ ਧਮਕਾਇਆ ਕਿ ਤੂੰ ਵਾਇਰਲ ਕਿਉਂ ਕੀਤੀ ਹੈ ਸੋ that was a cover up for those viral videos which were going around when he was shown in the lockup and also seen falling in the lockup and all that. ਅੱਛਾ APS ਜੀ ਪਹਿਲਾਂ ਤਾਂ ਇੱਕ ਮਾਮਲੇ ਦੇ ਵਿੱਚ ਹੀ ਸੁਮੇਧ ਸਿੰਘ ਸੈਣੀ ਨੂੰ ਰਿਲੀਫ ਮਿਲਦਾ ਰਿਹਾ ਸਾਬਕਾ DGP ਨੂੰ ਤੁਹਾਨੂੰ ਲੱਗਦਾ ਹੈ ਕਿ ਇਟਸ ਸੱਚ ਅ ਬਿਗ ਰਿਲੀਫ ਕਿਉਂਕਿ ਹੁਣ ਤਾਂ ਸਾਰੇ ਕੇਸਿਸ ਦੇ ਵਿੱਚ ਹੀ ਹਾਈ ਕੋਰਟ ਨੇ ਫੈਸਲਾ ਦੇ ਦਿੱਤਾ Haji, what more could he ask for? I mean, this is the ultimate which the court has preserved rule of law. And as I told you, this is not one solitary judgment. A tiji judgment is tar੍ਹਾਂ ਦੀ ਆਈ ਆ ਪਹਿਲਾਂ ਗੁਰਦੀਪ ਸਿੰਘ ਦੇ ਕੇਸ 'ਚ ਕੋਟਕਪੂਰਾ ਦੀ ਇਨਵੈਸਟੀਗੇਸ਼ਨ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕੀਤੀ ਹੋਈ ਇਸੇ ਤਰ੍ਹਾਂ ਹੀ ਉਹ ਸਾਰੀ ਜਿਹੜਾ ਕਿ ਉਹਨਾਂ ਨੇ ਇੱਕ ਕੁਆਸ਼ ਕੀਤੀ ਆ ਜਸਟਿਸ ਸਰਾਵਤ ਸਾਹਿਬ ਨੇ ਉਹਨਾਂ ਨੇ ਵੀ ਇਹੀ ਹੋਲਡ ਕੀਤਾ ਕਿ ਇਹ ਪੋਲੀਟੀਕਲੀ ਮੋਟੀਵੇਟਡ ਇਨਵੈਸਟੀਗੇਸ਼ਨ ਆ ਇਹ ਕੁੰਵਰ ਵਿਜੇ ਪ੍ਰਤਾਪ ਸਿੰਘ ਇਜ਼ ਪਲੇਇੰਗ ਏ ਪੋਲੀਟੀਕਲ ਥੀਏਟਰਿਕਸ ਕਿ ਇਹ ਉਹੀ ਗੱਲ ਸਾਹਮਣੇ ਆ ਗਈ 9/4 ਨੂੰ ਉਹ ਜਜਮੈਂਟ ਆਈ ਉਹ ਸਾਹਿਬ ਜੀ ਅਸਤੀਫਾ ਦੇ ਕੇ IG ਦੇ ਪੋਸਟ ਤੋਂ ਹੁਣ ਇੱਥੇ ਪਾਰਲੀਮੈਂਟ ਜੀ ਅਸੈਂਬਲੀ ਦੀ ਇਲੈਕਸ਼ਨ 'ਚ ਫੁੱਟ ਸਟੈਪਸ ਤੇ ਬੈਠੇ ਆ ਕਿ ਮੈਂ ਹੋਮ ਮਿਨਿਸਟਰ ਬਣੂੰਗਾ ਸੋ ਇਫ ਆਵਰ ਪੁਲਿਸ ਐਡਮਿਨਿਸਟ੍ਰੇਸ਼ਨ ਇਜ਼ ਪੋਲਿਟਿਸਾਈਜ਼ਡ ਟੂ ਦਿਸ ਲੈਵਲ that everybody has become so over ambitious to be a home minister than to be a police officer then that is what it shows the